ਤੁਸੀਂ ਸੁਣਨ ਜਾ ਰਹੇ ਹੋ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। ਵਿਮਾਨ ਖਚਾਖਚ ਭਰਿਆ ਹੋਇਆ ਸੀ। ਇੰਜ ਦਿਸਦਾ ਸੀ ਬਹੁਤ ਸਾਰੇ ਮੁਸਾਫਰ ਕੇਵਲ ਦਿੱਲੀ ਤੱਕ ਜਾ ਰਹੇ ਹਨ। ਸਾਨੂੰ ਤਿੰਨਾਂ ਨੂੰ ਸੀਟਾਂ ਇਕੱਠੀਆਂ ਨਹੀਂ ਸੀ ਮਿਲੀਆਂ। ਇਸ ਦਾ ਇੱਕ ਬੰਨੇ ਸੰਤੋਖ ਵੀ ਸੀ। ਬਿਰਤੀ ਇਕਾਂਤ ਲੋਚ ਰਹੀ ਸੀ, ਪਰ ਦੂਜੇ ਬੰਨੇ ਫਰਜ਼ ਸ਼ਨਾਸੀ ਦੇ ਰਾਹ ਪਿਆ ਹੋਇਆ ਮਨ ਸਾਥੀਆਂ ਨੂੰ ਜਾਣਨ ਪਛਾਣਨ ਦੇ ਆਰ ਛੇਤੀ ਲੱਗਣਾ ਚਾਹੁੰਦਾ ਸੀ। ਅਖਬਾਰ ਪੜ੍ਹਿਆ, ਨਾਸ਼ਤਾ ਕੀਤਾ। ਇੰਨੇ ਵਿੱਚ ਨਾਲ ਦੀ ਸੀਟ ਵਾਲਾ ਬੰਦਾ ਉੱਠ ਕੇ ਪਾਇਲਟ ਕੇਬਿਨ ਵਿੱਚ ਚਲਾ ਗਿਆ ਤੇ ਥਾਂ ਖਾਲੀ ਵੇਖ ਕੇ ਗੋਪਾਲਨ ਮੇਰੇ ਕੋਲ ਆ ਬੈਠਾ। ਅੰਗਰੇਜ਼ੀ ਵਿੱਚ ਕਹਿਣ ਲੱਗਾ, ਬਲਰਾਜ ਜੀ, ਇਫ ਯੂ ਡੋਂਟ ਮਾਈਂਡ, ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਜ਼ਰੂਰ, ਬੜੀ ਖੁਸ਼ੀ ਨਾਲ। ਸਾਡੀ ਖਾਸ਼ ਇਹ ਹੈ ਕਿ ਚੂੰਕਿ ਤੁਸੀਂ ਸੋਵੀਅਤ ਯੂਨੀਅਨ ਪਹਿਲਾਂ ਵੀ ਕਈ ਵਾਰ ਜਾ ਚੁੱਕੇ ਹੋ, ਉਮਰ ਵਿੱਚ ਵੀ ਅਸਾਂ ਸਾਰਿਆਂ ਤੋਂ ਵੱਡੇ ਹੋ, ਇਸ ਲਈ ਇਸ ਡੈਲੀਗੇਸ਼ਨ 'ਚ ਲੀਡਰ ਤੁਹਾਨੂੰ ਹੋਣਾ ਚਾਹੀਦਾ ਹੈ। ਸਾਡੀ ਖਾਸ਼ ਤੋਂ ਕੀ ਮਤਲਬ? ਫਿਲਹਾਲ ਮੇਰੀ ਅਤੇ ਡਾਕਟਰ ਦਾਤਾਰ ਦੀ। ਜਦੋਂ ਦਿੱਲੀ ਗਿਆਨੀ ਜੀ ਸ਼ਾਮਲ ਹੋ ਜਾਣਗੇ ਤਾਂ ਉਹਨਾਂ ਦੀ ਵੀ ਰਾਏ ਲੈ ਲਈ ਜਾਵੇਗੀ। ਮੈਨੂੰ ਵਿਸ਼ਵਾਸ ਹੈ ਜੇ ਉਹ ਵੀ ਮੰਨ ਗਏ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਗਿਆਨੀ ਜੈਲ ਸਿੰਘ ਦੀ ਕਲਪਨਾ ਮੈਂ ਇੱਕ ਬਿਰਧ ਪੁਰਸ਼ ਦੇ ਰੂਪ ਵਿੱਚ ਕੀਤੀ ਹੋਈ ਸੀ। ਕਿ ਉਹ ਮੈਥੋਂ ਛੋਟੇ ਹਨ? ਗੋਪਾਲਨ ਨੂੰ ਇਹ ਆਸ ਕਿਵੇਂ ਸੀ ਕਿ ਉਹ ਵੀ ਮੈਨੂੰ ਲੀਡਰ ਪ੍ਰਵਾਨ ਕਰ ਲੈਣਗੇ? ਉਹ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਸਨ ਅਤੇ ਮਿਨਿਸਟਰ ਵੀ ਰਹਿ ਚੁੱਕੇ ਸਨ। ਕਿ ਉਹਨਾਂ ਦਾ ਦਿਲ ਨਹੀਂ ਕਰੇਗਾ ਲੀਡਰ ਬਣਨ ਤੇ? ਮੁਨਾਸਬ ਵੀ ਸ਼ਾਇਦ ਇਹੀ ਹੋਵੇ। ਪਰ ਗੋਪਾਲਨ ਨੂੰ ਲੀਡਰ ਚੁਣਨ ਦੀ ਇਤਨੀ ਕਾਹਲ ਕਿਉਂ ਪੈ ਗਈ ਸੀ? ਹੋਵੇ ਨਾ ਹੋਵੇ, ਮੈਨੂੰ ਲੀਡਰ ਮੁੰਤਖਬ ਕਰਨ ਦੀ ਉਹਨੂੰ ਕਿਤੋਂ ਹਦਾਇਤ ਮਿਲੀ ਹੋਈ ਸੀ। ਕਿਸ ਕੋਲੋਂ? ਸ਼ਾਇਦ ਦੀਦੀ ਕੋਲੋਂ। ਦੀਦੀ ਨੇ ਆਪ ਮੇਰੇ ਅੱਗੇ ਜ਼ਿਕਰ ਕਿਉਂ ਨਾ ਕੀਤਾ? ਸ਼ਾਇਦ ਇਸ ਲਈ ਕਿ ਉਹਨਾਂ ਨੂੰ ਪਤਾ ਸੀ ਕਿ ਜ਼ਰਾ ਵੀ ਹੋਰ ਕਿਸੇ ਜ਼ਿੰਮੇਵਾਰੀ ਦਾ ਬੋਝ ਮੇਰੇ ਉੱਪਰ ਸੁੱਟਿਆ ਤਾਂ ਮੈਂ ਫਿਰ ਵਿਟਰ ਖਲੋਵਾਂਗਾ। ਹੋਣਾ ਵੀ ਅਵਸ਼ ਇੰਜ ਹੀ ਸੀ। ਲੀਡਰ ਬਣਨ ਦੀ ਤਾਂ ਮੈਂ ਕਿਸੇ ਸੂਰਤ ਵੀ ਹਾਮੀ ਨਹੀਂ ਸੀ ਭਰਨੀ। 1955 ਵਿੱਚ ਪੋਲੈਂਡ ਦੀ ਰਾਜਧਾਨੀ ਵਾਰਸਾ ਵਿਖੇ ਕੌਮਾਂਤਰੀ ਤਰੁਣ ਮੇਲੇ ਵਿੱਚ ਮੈਂ ਹਿੰਦੁਸਤਾਨੀ ਵਫਦ ਦਾ ਲੀਡਰ ਬਣ ਕੇ ਗਿਆ ਸਾਂ। ਉਹ ਐਸਾ ਤਲਖ ਤਜਰਬਾ ਸੀ ਜਿਸ ਨੂੰ ਦੌਰਾਨ ਦਾ ਖਤਰਾ ਸਹੇੜਨ ਲਈ ਮੈਂ ਤਿਆਰ ਨਹੀਂ ਸਾਂ ਹੋ ਸਕਦਾ। ਵਿਦੇਸ਼ਾਂ ਵਿੱਚ ਹਿੰਦੁਸਤਾਨੀ ਡੈਲੀਗੇਸ਼ਨ ਕੋਈ ਬਹੁਤਾ ਚੰਗਾ ਨਾਮਾ ਨਹੀਂ ਖੱਟਦੇ। ਇਹ ਜਾਣੀ ਪਛਾਣੀ ਗੱਲ ਹੈ। ਕਈ ਵਾਰੀ ਤਾਂ ਅਬਜਸ ਦੀ ਚੌਖੀ ਪੰਡ ਬਣ ਕੇ ਵਾਪਸ ਮੁੜਦੇ ਹਨ। ਪਰ ਇਸ ਵਿੱਚ ਬਹੁਤ ਸਾਰਾ ਦੋਸ਼ ਜਾਣ ਵਾਲਿਆਂ ਦਾ ਨਹੀਂ, ਪ੍ਰਬੰਧਕਾਂ ਦਾ ਹੁੰਦਾ ਹੈ, ਜੋ ਅਸੂਲਾਂ ਅਤੇ ਆਦਰਸ਼ਾਂ ਦੀ ਰੱਖਿਆ ਲਈ ਚਿੰਤਾਤੁਰ ਹੋ ਕੇ ਨਿੱਕੀਆਂ ਵਿਹਾਰਕ ਸਮੱਸਿਆਵਾਂ ਵੱਲੋਂ ਉੱਕੇ ਹੀ ਬੇਧਿਆਨੇ ਹੋ ਜਾਂਦੇ ਹਨ। ਕੁਝ ਦਿਨ ਪਹਿਲਾਂ ਦੀ ਇੱਕ ਘਟਨਾ ਚੇਤੇ ਆਈ। ਮੈਂ ਇੱਕ ਮਿੱਤਰ ਨੂੰ ਬੰਬੇ ਸੈਂਟਰਲ ਸਟੇਸ਼ਨ ਗੱਡੀ ਚੜ੍ਹਾਉਣ ਆਇਆ ਹੋਇਆ ਸਾਂ। ਨਾਲ ਦੇ ਡੱਬੇ ਵਿੱਚ ਇੱਕ ਫੌਜੀ ਅਫਸਰ ਨੇ, ਜੋ ਤਬਦੀਲ ਹੋ ਕੇ ਕਿਸੇ ਹੋਰ ਥਾਂ ਜਾ ਰਿਹਾ ਸੀ, ਸਵਾਰ ਹੋਣਾ ਸੀ। ਉਸ ਦੇ ਯੂਨਿਟ ਦੇ ਜਵਾਨ ਉਹਨੂੰ ਸਲਾਮੀ ਦੇਣ ਆਏ ਹੋਏ ਸਨ। ਕਮਾਲ ਸੁਚੱਜਤਾ ਸੀ ਉਹਨਾਂ ਦੇ ਰਵੱਈਏ ਵਿੱਚ। ਆਉਂਦਿਆਂ ਸਾਰ ਉਹਨਾਂ ਨੇ ਡੱਬੇ ਅੱਗੇ 2 ਕਰਤਾਰਾਂ ਬਣਾ ਲਈਆਂ। ਆਮੋ ਸਾਹਮਣੇ ਵਿਚਕਾਰ ਕੋਈ 10 ਕੁ ਫੁੱਟ ਦੀ ਵਿੱਥ ਛੱਡ ਕੇ, ਤਾਂ ਜੋ ਪਲੇਟਫਾਰਮ ਉੱਤੇ ਲੋਕਾਂ ਦੀ ਆਵਾਜਾਈ ਵਿੱਚ ਰਤਾ ਵੀ ਵਿਘਨ ਨਾ ਪਵੇ। ਹਰ ਜਵਾਨ ਦੇ ਹੱਥ ਵਿੱਚ ਇੱਕ ਫੁੱਲ ਦਾ ਹਾਰ ਸੀ। ਜਦੋਂ ਅਫਸਰ ਆਇਆ, ਉਸਨੇ ਪਹਿਲਾਂ ਇਹਨਾਂ ਜਵਾਨਾਂ ਨੂੰ ਗੌਲਿਆ ਹੀ ਨਹੀਂ, ਸਗੋਂ ਆਪਣਾ ਸਮਾਨ ਡੱਬੇ ਵਿੱਚ ਰੱਖਿਆ, ਆਪਣੀ ਪਤਨੀ ਨੂੰ ਬਿਠਾਇਆ। ਇਹ ਸਭ ਮੁਕਾ ਕੇ ਉਹ ਬਾਹਰ ਆਇਆ ਅਤੇ ਇੱਕ ਸਿਰੇ ਤੋਂ ਸ਼ੁਰੂ ਕਰਕੇ ਉਹਨੇ ਸਭ ਜਵਾਨਾਂ ਨਾਲ ਦਸਤ ਪੰਜਾ ਲੈਣਾ ਸ਼ੁਰੂ ਕੀਤਾ ਅਤੇ ਬੜੀ ਨਿਮਰਤਾ ਨਾਲ ਉਹਨਾਂ ਦੇ ਹੱਥੋਂ ਆਪਣੇ ਗਲ ਵਿੱਚ ਹਾਰ ਪਵਾਏ। ਤਦ ਉਪਰੰਤ ਦੋਹਾਂ ਕਰਤਾਰਾਂ ਨੇ ਹੱਥ ਉਲਾਰ ਕੇ ਅਫਸਰ ਦੀ ਸ਼ਾਨ ਵਿੱਚ ਜ਼ਿੰਦਾਬਾਦ ਦੇ ਨਾਰੇ ਮਾਰੇ। ਇਸ ਤੋਂ ਬਾਅਦ ਹਾਰਾਂ ਨਾਲ ਲੱਦੇ ਹੋਏ ਅਫਸਰ ਨੇ ਇੱਕ ਪਾਸੇ ਖੜੇ ਸਾਥੀ ਫੌਜੀ ਅਫਸਰਾਂ ਦੀ ਜੁੰਡਲੀ ਨਾਲ ਹੱਥ ਮਿਲਾਏ। ਕੁਝ ਦੇਰ ਖਲੋ ਕੇ ਗੱਪਾਂ ਮਾਰੀਆਂ। ਥੋੜੇ ਚਿਰ ਲਈ ਉਸਦੀ ਪਤਨੀ ਵੀ ਬਾਹਰ ਆ ਗਈ ਸੀ ਅਤੇ ਫਿਰ ਬੜੀ ਚੁਸਤੀ ਨਾਲ ਆਪਣੀ ਪਤਨੀ ਨੂੰ ਬਾਹੋਂ ਫੜ ਕੇ ਉਹ ਕੰਪਾਰਟਮੈਂਟ ਵਿੱਚ ਸਵਾਰ ਹੋ ਗਿਆ। ਉਸ ਦੇ ਇੰਜ ਕਰਦਿਆਂ ਹੀ ਜਵਾਨਾਂ ਨੇ 2 ਦੀ ਥਾਂ ਇੱਕ ਕਤਾਰ ਬਣ ਲਈ ਅਤੇ ਚੁੱਪਚਾਪ ਗੱਡੀ ਦੇ ਰਵਾਨਾ ਹੋਣ ਨੂੰ ਉਡੀਕਣ ਲੱਗ ਪਏ। ਇਸ ਸਾਰੀ ਰਸਮ ਵਿੱਚ ਸਲੀਕਾ ਸੀ, ਸੁੰਦਰਤਾ ਸੀ। ਇਹਦੀ ਸਾਦਗੀ ਅਤੇ ਸੰਜਮ ਜਜ਼ਬਾਤਾਂ ਨੂੰ ਵੀ ਟੁੰਬਦੇ ਹਨ। ਇਸ ਦੇ ਵਿਪਰੀਤ ਜੇ ਕੋਈ ਮਿਨਿਸਟਰ ਜਾਂ ਵੱਡਾ ਸਿਵਿਲੀਅਨ ਅਫਸਰ ਜਾ ਰਿਹਾ ਹੁੰਦਾ ਤਾਂ ਸਟੇਸ਼ਨ ਉੱਪਰ ਇਤਨੀ ਧਾਂਦਲ ਮਚਦੀ ਕਿ ਬਾਕੀ ਮੁਸਾਫਰਾਂ ਦਾ ਨੱਕ ਵਿੱਚ ਦਮ ਆ ਜਾਂਦਾ। ਗੱਡੀ ਵੀ ਅਵਸ਼ ਲੇਟ ਹੋ ਜਾਣੀ ਸੀ।
ਗੱਡੀ ਲੇਟ ਕਰਾਉਣਾ ਤਾਂ ਸਾਡੇ ਦੇਸ਼ ਵਿੱਚ ਵੱਡੇ ਆਦਮੀ ਦਾ ਪ੍ਰਮੁੱਖ ਲੱਛਣ ਹੁੰਦਾ ਹੈ। ਬੰਦੇ ਦੋਨਾਂ ਹਾਲਾਤਾਂ ਵਿੱਚ ਇੱਕੋ ਜਿਹੇ, ਇੱਕੋ ਦੇਸ਼ ਦੇ, ਪਰ ਇੱਕਨਾਂ ਨੂੰ ਹਰ ਕੰਮ ਵਰਤਮਾਨ ਯੁੱਗ ਦੀਆਂ ਲੋੜਾਂ ਅਨੁਸਾਰ ਪ੍ਰਬੰਧਿਤ ਹੋ ਕੇ ਕਰਨ ਦੀ ਟ੍ਰੇਨਿੰਗ ਮਿਲੀ ਸੀ ਅਤੇ ਦੂਜੇ ਸੁੱਤਰ ਬੇਮੁਹਾਰ ਸਨ। ਆਪਣੀ 16ਵੀਂ ਸਦੀ ਦੀ ਪਿਓਦਾਦਗੀ ਚਾਲ ਢਿੰਚਕੂ ਤੁਰੀ ਜਾ ਰਹੇ ਸਨ। ਇੰਗਲੈਂਡ, ਅਮਰੀਕਾ, ਰੂਸ, ਜਾਪਾਨ ਅਤੇ ਸੰਸਾਰ ਦੇ ਹੋਰ ਸਿਰਕੱਢ ਦੇਸ਼ਾਂ ਦੇ ਸਮਾਜਿਕ ਢਾਂਚਾ ਅੱਜ ਦੇ ਯੁੱਗ ਦੀ ਮਸ਼ੀਨੀ ਆਰਥਿਕਤਾ ਦੀਆਂ ਲੋੜਾਂ ਅਨੁਸਾਰ ਢਲ ਚੁੱਕਿਆ ਹੈ। ਇਸੇ ਦੇ ਆਲੇ ਦੁਆਲੇ ਉਹਨਾਂ ਦੀਆਂ ਕੋਮਲ ਕੌਮੀ ਵਿਸ਼ੇਸ਼ਤਾਵਾਂ ਵੀ ਘੁੰਮਦੀਆਂ ਹਨ ਜੋ ਉਹਨਾਂ ਨੂੰ ਬਹੁਤ ਪਿਆਰੀਆਂ ਹਨ। ਮੂਲ ਰੂਪ ਇਹ ਢਾਂਚਾ ਹਰ ਦੇਸ਼ ਵਿੱਚ ਸਮਾਨ ਹੈ ਅਤੇ ਘਰੋਂ ਨਿਕਲਣ ਤੋਂ ਪਹਿਲਾਂ ਯਾਤਰੂ ਲਈ ਇਸ ਦਾ ਕੰਮ ਚਲਾਊ ਗਿਆਨ ਹਾਸਲ ਕਰ ਲੈਣਾ ਬਹੁਤ ਜ਼ਰੂਰੀ ਹੈ। ਇਸ ਢਾਂਚੇ ਦਾ ਪ੍ਰਭਾਵ ਸਾਡੇ ਦੇਸ਼ ਉੱਪਰ ਵੀ ਤੇਜ਼ੀ ਨਾਲ ਪੈ ਰਿਹਾ ਹੈ, ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਜੇ ਤੀਕਰ ਉਹ ਵੱਡੇ ਸ਼ਹਿਰਾਂ ਅਤੇ ਉਹਨਾਂ ਵਿੱਚ ਵੀ ਕੇਵਲ ਅਮੀਰ ਤਬਕੇ ਤੀਕ ਹੀ ਸੀਮਤ ਹੈ। ਛੁਰੀ ਕਾਂਟੇ ਨਾਲੋਂ ਖਾਣ ਦੀ ਮੇਜ਼ ਤੇ ਵੇਟਰ ਦੀ ਸੇਵਾ ਗ੍ਰਹਿਣ ਕਰਨੀ, ਬਾਥਰੂਮ ਨੂੰ ਇਸ਼ਨਾਨ ਸ਼ੌਚ ਆਦਿ ਲਈ ਕਿਵੇਂ ਵਰਤਣਾ, ਵਕਤ ਦੀ ਪਾਬੰਦੀ, ਸਮੂਹਕ ਸਹਿਯੋਗ, ਵਾਰੋ-ਵਾਰੀ ਅਤੇ ਸੰਜਮ ਨਾਲ ਬੋਲਣਾ, ਸਥਾਨਕ ਲੋਕਾਂ ਦੇ ਕੌਮੀ ਜਜ਼ਬਾਤ ਦੇ ਇਹਤਰਾਮ ਲਈ ਅਤੇ ਆਪਣੀ ਕੌਮੀ ਅਣਖ ਦੀ ਰੱਖਿਆ ਲਈ ਕੀ ਕਰਨਾ ਤੇ ਕੀ ਨਾ ਕਰਨਾ, ਇਹਨਾਂ ਗੱਲਾਂ ਦਾ ਗਿਆਨ ਪਹਿਲੀ ਵਾਰੀ ਹਿੰਦੁਸਤਾਨੋਂ ਬਾਹਰ ਜਾਣ ਵਾਲਿਆਂ ਵਿੱਚੋਂ ਬਹੁਤ ਥੋੜਿਆਂ ਨੂੰ ਹੁੰਦਾ ਹੈ। ਜੇ ਪ੍ਰਬੰਧਕ ਜਾਂ ਸਰਕਾਰਾਂ ਕਿਸੇ ਵੀ ਡੈਲੀਗੇਸ਼ਨ ਦੇ ਰਵਾਨਾ ਹੋਣ ਤੋਂ ਪਹਿਲਾਂ ਇਸ ਬਾਰੇ ਥੋੜੀਆਂ ਬਹੁਤ ਹਿਦਾਇਤਾਂ ਦੇ ਦਿਆ ਕਰਨ ਤਾਂ ਬਹੁਤ ਸਾਰੀਆਂ ਗਲਤੀਆਂ ਦਾ ਬਚਾਅ ਹੋ ਸਕਦਾ ਹੈ ਜੋ ਦੇਸ਼ ਲਈ ਨਾਮੋਸ਼ੀ ਦਾ ਕਾਰਨ ਬਣਦੀਆਂ ਹਨ। ਵਿਦੇਸ਼ ਵਿੱਚ ਕਿਸੇ ਦੇ ਸਭ्य ਜਾਂ ਅਸਭ्य ਹੋਣ ਦਾ ਅਨੁਮਾਨ ਪਹਿਲਾਂ ਇਹਨਾਂ ਨਿੱਕੀਆਂ ਗੱਲਾਂ ਤੋਂ ਹੀ ਲਾਇਆ ਜਾਂਦਾ ਹੈ, ਉਸ ਦੇ ਆਦਰਸ਼ਾਂ ਅਤੇ ਵਿਚਾਰਾਂ ਤੋਂ ਨਹੀਂ। ਪਰ ਅਵਲ ਤੋਂ ਲੈ ਕੇ ਅਖੀਰ ਤੱਕ ਕੀ ਪ੍ਰਬੰਧਕ ਅਤੇ ਕੀ ਸਰਕਾਰ ਸਭਨਾਂ ਨੂੰ ਫਿਕਰ ਜਾਣ ਵਾਲਿਆਂ ਤੇ ਰਾਜਨੀਤਿਕ ਦ੍ਰਿਸ਼ਟੀਕੋਣਾਂ ਅਤੇ ਵਿਚਾਰਾਂ ਦੀ ਰਹਿੰਦੀ ਹੈ, ਇਹਨਾਂ ਗੱਲਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਸਰਕਾਰੀ ਦਫ਼ਤਰਸ਼ਾਹੀ ਦਾ ਪ੍ਰਬੰਧਕਾਂ ਨੂੰ ਉਹ ਪੁੱਠੇ ਨਾਚ ਨਚਾਉਂਦੀ ਹੈ ਕਿ ਉਹਨਾਂ ਲਈ ਕੋਈ ਵੀ ਕੰਮ ਇਕਾਗਰਤਾ ਨਾਲ ਕਰਨਾ ਅਸੰਭਵ ਹੋ ਜਾਂਦਾ ਹੈ। ਨਹੀਂ ਕਿਹਾ ਜਾ ਸਕਦਾ ਕਿ ਡੈਲੀਗੇਸ਼ਨ ਭੇਜਣ ਲਈ ਹਾਂ ਸਰਕਾਰ ਆਪਣੀ ਮਰਜ਼ੀ ਨਾਲ ਕਰਦੀ ਹੈ ਜਾਂ ਅੰਤਰਰਾਸ਼ਟਰੀ ਰੱਖ-ਰਖਾਓ ਦੀਆਂ ਲੋੜਾਂ ਤੋਂ ਮਜਬੂਰ ਹੋ ਕੇ। ਪਰ ਇਹ ਗੱਲ ਸਪਸ਼ਟ ਹੈ ਕਿ ਇੱਕ ਵਾਰੀ ਹਾਂ ਕਰਨ ਬਹਿਣ ਮਗਰੋਂ ਸਰਕਾਰ ਦੀ ਸਾਰੀ ਮਸ਼ੀਨਰੀ ਉਸ ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਨੂੰ ਰੱਦ ਕਰਨ ਵਿੱਚ ਜੁਟ ਜਾਂਦੀ ਹੈ। ਪ੍ਰਬੰਧਕਾਂ ਅਤੇ ਸਰਕਾਰ ਵਿਚਾਲੇ ਇੱਕ ਪ੍ਰਕਾਰ ਦੀ ਰਸਾਕਸ਼ੀ ਆਰੰਭ ਹੋ ਜਾਂਦੀ ਹੈ, ਜਿਵੇਂ ਦੋਵੇਂ ਇਮਤਿਹਾਨ ਲੈ ਰਹੇ ਹੋਣ, ਭਾਈ ਕਿਸ ਧਿਰ ਦੀ ਜ਼ਿੱਦ ਵੱਡੀ ਹੈ। ਅੰਤਰਵਾਨਗੀ ਤੋਂ ਕੁਝ ਦਿਨ ਪਹਿਲਾਂ ਆਪਸ ਵਿੱਚ ਇੱਕ ਕੁੜਬਾ ਅਤੇ ਬਦਸ਼ਕਲ ਜਿਹਾ ਸਮਝੌਤਾ ਹੋ ਜਾਂਦਾ ਹੈ, ਜਿਸ ਹੇਠ ਕੁਝ ਜਣਿਆਂ ਨੂੰ ਸਿੱਧੇ ਅਤੇ ਕੁਝ ਨੂੰ ਅਸਿੱਧੇ ਤੌਰ ਤੇ ਅਕਸਮਾਤ ਪਾਸਪੋਰਟ ਮਿਲ ਜਾਂਦੇ ਹਨ। ਪ੍ਰਬੰਧਕਾਂ ਦਾ ਵਕਾਰ ਉਦੋਂ ਤੀਕਰ ਮਿੱਟੀ ਵਿੱਚ ਮਿਲ ਚੁੱਕਿਆ ਹੁੰਦਾ ਹੈ। ਕਿਸੇ ਨਾ ਕਿਸੇ ਤਰ੍ਹਾਂ ਹੰਝੂ ਮੇਲ ਕੇ ਇੱਕ ਖੰਭ ਗੁੱਥੀ ਜਿਹੀ ਹੇੜ ਅੱਗੇ ਤੋੜ ਦਿੱਤੀ ਜਾਂਦੀ ਹੈ। ਇਹ ਹੋੜ ਅਗਲੇ ਬੰਨੇ ਜਦੋਂ ਪੁੱਜਦੀ ਹੈ, ਅਗਵਾਈ ਕਰਨ ਵਾਲੇ ਉਸ ਦੇ ਆਉਣ ਦੀਆਂ ਸਾਰੀਆਂ ਉਮੀਦਾਂ ਲਾ ਕੇ ਹੋਰ ਕੰਮਾਂ ਵਿੱਚ ਮਸ਼ਰੂਫ ਹੋ ਚੁੱਕੇ ਹੁੰਦੇ ਹਨ। ਹਫੜਾ ਤਫੜੀ ਦੀ ਇੱਕ ਨਵੀਂ ਸੂਰਤੇ ਹਾਲ ਅੰਦਰ ਲੀਡਰ ਆਪਣੀਆਂ ਜ਼ਿੰਮੇਦਾਰੀਆਂ ਦੀ ਵਾਗਡੋਰ ਹੱਥ ਵਿੱਚ ਲੈਂਦਾ ਹੈ। ਆਮ ਤੌਰ ਤੇ ਲੀਡਰ ਸੰਸਥਾ ਦੀਆਂ ਸਰਗਰਮੀਆਂ ਨਾਲ ਡੂੰਘੀ ਵਾਕਫੀ ਰੱਖਣ ਵਾਲਾ ਬੰਦਾ ਨਹੀਂ ਹੁੰਦਾ। ਉਸ ਦੀ ਚੋਣ ਕੇਵਲ ਇਸ ਆਧਾਰ ਤੇ ਕੀਤੀ ਜਾਂਦੀ ਹੈ ਕਿ ਉਸ ਨੇ ਜੀਵਨ ਦੇ ਕਿਸੇ ਨਾ ਕਿਸੇ ਵਿਭਾਗ ਵਿੱਚ ਨਾਮਣਾ ਖਟਿਆ ਹੈ। ਉਸ ਦੀ ਸਹਾਇਤਾ ਲਈ ਜਾਂ ਕਹਿ ਲਓ ਉਹਨੂੰ ਰਾਹੇ ਰਸਤੇ ਤੇ ਤੋੜਨ ਲਈ ਪ੍ਰਬੰਧਕਾਂ ਵੱਲੋਂ ਕੁਝ ਸਲਾਹਕਾਰ ਨਿਯਤ ਕੀਤੇ ਹੁੰਦੇ ਹਨ, ਜਿਨ੍ਹਾਂ ਦੀ ਅਹਿਮੀਅਤ ਵੇਖਣ ਵਿੱਚ ਘੱਟ ਪਰ ਅੰਦਰ ਖਾਨੇ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਦੇ ਫਜ਼ਲੋ ਕਰਮ ਦੀ ਬਦੌਲਤ ਸਮੂਹ ਸਾਥੀਆਂ ਨੂੰ ਥੋੜੇ ਸਮੇਂ ਅੰਦਰ ਹੀ ਲੀਡਰ ਦੀ ਨਪੁੰਸਕਤਾ ਦਾ ਯਕੀਨ ਹੋ ਜਾਂਦਾ ਹੈ। ਬਸ ਫੇਰ ਕੀ, ਜਮਹੂਰੀ ਅਧਿਕਾਰਾਂ ਦੀ ਰੱਖਿਆ ਲਈ ਮੁਖਤਲਿਫ ਕਿਸਮ ਦੀਆਂ ਧੜੇਬੰਦੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਦੀ ਖਿੱਚ ਧੂ ਪਹਿਲਾਂ ਅੰਦਰੋਂ ਅੰਦਰ ਚਲਦੀ ਹੈ ਤੇ ਫਿਰ ਸਾਰੀ ਦੁਨੀਆ ਦੇ ਸਾਹਮਣੇ ਆ ਜਾਂਦੀ ਹੈ। ਹੁਣ ਲੀਡਰ ਦਾ ਕੰਮ ਕਿਸੇ ਨਾ ਕਿਸੇ ਤਰ੍ਹਾਂ ਸਮੇਂ ਨੂੰ ਧੱਕਾ ਦੇਈ ਜਾਣਾ ਰਹਿ ਜਾਂਦਾ ਹੈ। ਬਾਕੀਆਂ ਦਾ ਕਰਤੱਵ ਹੁੰਦਾ ਹੈ ਉਹਨੂੰ ਠੁੱਠ ਵਿਖਾਣਾ, ਖਰੂੜ ਕਰਨੇ ਅਤੇ ਆਪਣੀ ਵਿਕੋਲਿਤਰੀ ਸ਼ਖਸੀਅਤ ਦਾ ਪਰਚਮ ਬੁਲੰਦ ਕਰਨਾ
ਅਤੇ ਲੁਤਫ ਦੀ ਗੱਲ ਇਹ ਹੈ ਕਿ ਆਪਣੀ ਆਪਣੀ ਥਾਂ ਹਰ ਸ਼ਖਸ ਭਾਰਤ ਮਾਂ ਦੇ ਵਕਾਰ ਦੀ ਰੱਖਿਆ ਕਰ ਰਿਹਾ ਹੁੰਦਾ ਹੈ। ਵਾਰਸੋ ਵਿੱਚ ਉਸ 250-300 ਤਰੁਣ ਤਰੁਣੀਆਂ ਦੇ ਡੈਲੀਗੇਸ਼ਨ ਦਾ ਲੀਡਰ ਬਣਨ ਵੇਲੇ ਦਾ ਮੇਰਾ ਹਾਲ ਹੇਠ ਲਿਖਿਆ ਪੰਜਾਬੀ ਅਖੌਤ ਭਲੀ ਪ੍ਰਕਾਰ ਵਿਅਕਤ ਕਰਦੀ ਹੈ। ਦੰਦ ਭੱਜੀ ਕੁਕੜੀ 12 ਬੱਚੇ, ਇੱਕ ਬੁਲਾਇਆ ਸਾਰੇ ਨੱਚੇ। ਕੀ ਸੋਚ ਰਹੇ ਹੋ ਤੁਸੀਂ? ਗੋਪਾਲਨ ਦੀ ਆਵਾਜ਼ ਨੇ ਮੈਨੂੰ ਚੌਂਕਾ ਦਿੱਤਾ। ਕੁਝ ਨਹੀਂ, ਮੈਂ ਜਵਾਬ ਦਿੱਤਾ। ਨਾਲ ਹੀ ਮੇਰਾ ਧਿਆਨ ਫਿਰ ਦੀਦੀ ਅਤੇ ਡਾਕਟਰ ਬਾਲਿਗਾ ਵੱਲ ਚਲਾ ਗਿਆ। ਕਿ ਮੈਨੂੰ ਆਪਣਾ ਪ੍ਰਣ ਇਤਨੀ ਛੇਤੀ ਭੁਲਾ ਦੇਣਾ ਚਾਹੀਦਾ ਹੈ? ਦੇਖ ਗੋਪਾਲਨ, ਮੈਂ ਹਰ ਤਰ੍ਹਾਂ ਨਾਲ ਸੇਵਾ ਲਈ ਹਾਜ਼ਰ ਹਾਂ, ਪਰ ਇੱਕ ਗੱਲ ਸਾਫ਼ ਦੱਸ ਦਿਆਂ, ਜੇ ਗਿਆਨੀ ਜੀ ਨੂੰ ਮੇਰੇ ਲੀਡਰ ਬਣਨ ਉੱਪਰ ਜ਼ਰਾ ਵੀ ਇਤਰਾਜ਼ ਹੋਇਆ ਤਾਂ ਮੈਂ ਕਿਸੇ ਸੂਰਤ ਵੀ ਲੀਡਰ ਨਹੀਂ ਬਣਨਾ। ਠੀਕ ਹੈ, ਗੋਪਾਲਨ ਨੇ ਜਵਾਬ ਦਿੱਤਾ। ਦਿੱਲੀ ਵਿਮਾਨ ਤੋਂ ਉਤਰਦਿਆਂ ਹੀ ਸਾਨੂੰ ਟ੍ਰਾਂਜ਼ਿਟ ਲੌਂਜ ਵਿੱਚ ਡੱਕ ਦਿੱਤਾ ਗਿਆ, ਜਿਸ ਦੇ ਸਾਰੇ ਬੂਹੇ ਬਾਰੀਆਂ ਸਰਦੀ ਕਾਰਨ ਬੰਦ ਕੀਤੇ ਹੋਏ ਸਨ। ਗਿਆਨੀ ਜੀ ਦੇ ਇੱਥੇ ਵੀ ਦਰਸ਼ਨ ਨਾ ਹੋਏ। ਉਹ ਮਿਲੇ ਉਸ ਵੇਲੇ ਜਦੋਂ ਅਸੀਂ ਦੁਬਾਰਾ ਪਲੇਨ ਦੇ ਸਵਾਰ ਹੋਣ ਜਾ ਰਹੇ ਸਾਂ। ਸਵਾਰੀਆਂ ਹੁਣ ਬਹੁਤ ਘਟ ਗਈਆਂ ਸਨ। ਮੈਂ ਪਿਛਲੇ ਹਿੱਸੇ ਇੱਕ ਸੀਟ ਤੇ ਆਪਣਾ ਸਮਾਨ ਰੱਖ ਰਿਹਾ ਸਾਂ ਕਿ ਗਿਆਨੀ ਜੀ ਦਤਾਰ ਅਤੇ ਗੋਪਾਲਨ ਨੂੰ ਦੂਰ ਖੜੇ ਆਪਣੇ ਵਿੱਚ ਗੱਲਾਂ ਕਰਦੇ ਵੇਖਿਆ ਅਤੇ ਝਟਕੂ ਪਿੱਛੋਂ ਤਿੰਨੋਂ ਮੇਰੇ ਵੱਲ ਆਏ। ਖਿਆਲ ਸੀ ਗੋਪਾਲਨ ਗਿਆਨੀ ਜੀ ਨਾਲ ਮੇਰਾ ਤਰਾਫ ਕਰਾਉਣਾ ਚਾਹੁੰਦਾ ਹੈ, ਪਰ ਗਿਆਨੀ ਜੀ ਨੇ ਆਪ ਹੀ ਅੱਗੇ ਵੱਧ ਕੇ ਮੇਰੇ ਨਾਲ ਹੱਥ ਮਿਲਾਇਆ ਅਤੇ ਬੜੀ ਹੀ ਸੱਜਣਤਾ ਨਾਲ ਇਹ ਸ਼ਬਦ ਕਹੇ, ਬਲਰਾਜ ਜੀ, ਸਾਡੇ ਤਿੰਨਾਂ ਦੀ ਬੜੀ ਪ੍ਰਬਲ ਇੱਛਾ ਹੈ ਕਿ ਤੁਸੀਂ ਸਾਡੇ ਡੈਲੀਗੇਸ਼ਨ ਦੇ ਲੀਡਰ ਬਣਨਾ ਮਨਜ਼ੂਰ ਕਰ ਲਓ। ਮੈਂ ਅਵਾਕ ਜਿਹਾ ਹੋ ਕੇ ਉਹਨਾਂ ਵੱਲ ਵੇਖਣ ਲੱਗ ਪਿਆ। ਦਿਲ ਕੀਤਾ ਆਪਣੇ ਪੰਜਾਬੀ ਵੀਰ ਦਾ ਕਲਾਵਾ ਭਰ ਲਵਾਂ, ਪਰ ਸੰਗ ਗਿਆ ਕਿਤੇ ਇੰਜ ਕਰਨ ਦਾ ਗਲਤ ਮਤਲਬ ਨਾ ਸਮਝਿਆ ਜਾਵੇ। ਖਿੰਡ ਕੇ ਫਿਰ ਅਸੀਂ ਆਪਣੀ ਆਪਣੀ ਸੀਟ ਤੇ ਜਾ ਬੈਠੇ ਅਤੇ ਹਿੰਦੁਸਤਾਨੀ ਘੜੀਆਂ ਅਨੁਸਾਰ ਠੀਕ 9:30 ਵਜੇ 에ਅਰ ਇੰਡੀਆ ਵਿਮਾਨ ਮੇਘਦੂਤ ਮਾਸਕੋ ਵੱਲ ਪਵਨ ਆਰੂੜ ਹੋ ਗਏ। ਤੇ ਤੁਸੀਂ ਸੁਣ ਰਹੇ ਸੀ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। ਅੱਜ ਇੰਨਾ ਹੀ।